ਗੁੱਡ ਮਾਰਨਿੰਗ ਆਲ। ਮੈਂ ਮੋਨਿਕਾ ਮਹਿਤਾ, ਸਾਇੰਸ ਮਿਸਟਰਸ GSS ਲੋਗੜ। ਅੱਜ ਤੁਹਾਨੂੰ ਡਿਸਟ੍ਰਿਕਟ ਮੋਹਾਲੀ ਅੱਜ ਤੁਹਾਨੂੰ ਕਰਾ ਰਹੇ ਹੈਗੇ ਆ ਮੋਸ਼ਨ ਗਤੀ। ਜਿਵੇਂ ਕਿ ਇਹ ਇੱਕ ਸਾਈਕਲ ਜਾਂ ਕਾਰ ਹੈ, ਸਿੱਧੀ ਰੇਖਾ 'ਚ ਚੱਲ ਰਿਹਾ ਤਾਂ ਇਹਨੂੰ ਇੱਕ ਸਮਾਨ ਗਤੀ ਨਾਲ ਚੱਲ ਰਿਹਾ ਤਾਂ ਇਹਨੂੰ ਕੀ ਕਵਾਂਗੇ? ਯੂਨੀਫਾਰਮ ਮੋਸ਼ਨ। ਆਓ ਅਸੀਂ ਇਸ ਚੈਪਟਰ ਨੂੰ ਚੰਗੀ ਤਰ੍ਹਾਂ ਸਮਝੀਏ। ਸਭ ਤੋਂ ਪਹਿਲਾਂ ਦੂਰੀ ਅਤੇ ਵਿਸਥਾਪਨ, ਡਿਸਟੈਂਸ ਅਤੇ ਡਿਸਪਲੇਸਮੈਂਟ ਕੀ ਹੁੰਦੇ ਹੈ। ਜਦੋਂ ਅਸੀਂ A ਤੋਂ B, ਠੀਕ ਹੈ, ਘਰ ਤੱਕ ਪਹੁੰਚਦੇ ਆ 4 ਮੀਟਰ ਅਤੇ ਦਰਖਤ ਤੱਕ ਪਹੁੰਚਦੇ ਆ 3 ਮੀਟਰ, ਤਾਂ ਇਹਨਾਂ ਦਾ ਸਮ ਕੀ ਹੋਏਗਾ? 7 ਮੀਟਰ। ਇਹਨੂੰ ਅਸੀਂ ਕੀ ਕਵਾਂਗੇ? ਵੱਧ ਤੋਂ ਵੱਧ ਦੂਰੀ। ਪਰ ਇਹਨਾਂ ਦੇ ਦੋ ਪੁਆਇੰਟ A ਅਤੇ B ਦੇ ਵਿਚਕਾਰ ਮਿਨੀਮਮ ਡਿਸਟੈਂਸ, ਘੱਟ ਤੋਂ ਘੱਟ ਡਿਸਟੈਂਸ ਜਿਹੜੀ ਦੂਰੀ ਹੋਏਗੀ ਉਹਨੂੰ ਕੀ ਕਵਾਂਗੇ ਅਸੀਂ? ਇੱਕ ਡਿਸਪਲੇਸਮੈਂਟ, ਵਿਸਥਾਪਨ। ਸ਼ੋਰਟੈਸਟ ਪਾਥ ਜਿਹੜਾ ਅਸੀਂ ਚੂਜ਼ ਕਰਾਂਗੇ ਉਸ ਨੂੰ ਅਸੀਂ ਵਿਸਥਾਪਨ ਕਹਿੰਦੇ ਹਾਂ। ਦੂਰੀ ਕੀ ਹੈ? ਸਕੇਲਰ ਰਾਸ਼ੀ ਹੁੰਦੀ ਹੈ। ਵਿਸਥਾਪਨ ਕੀ ਹੋਏਗੀ? ਵੈਕਟਰ ਰਾਸ਼ੀ। ਇੱਕ ਨਿਸ਼ਚਿਤ ਦਿਸ਼ਾ ਵਿੱਚ ਮਾਪਦੇ ਹਾਂ। ਅਸੀਂ ਇਸ ਨੂੰ ਹੋਰ ਐਗਜ਼ਾਮਪਲ ਨਾਲ ਸਮਝਦੇ ਹਾਂ, ਜਿਸ ਤਰ੍ਹਾਂ ਅਸੀਂ ਆਹ ਰੈੱਡ ਐਰੋਜ਼ ਨਾਲ ਦਿਖਾਇਆ ਇੱਕ ਰਸਤਾ, ਤਾਂ ਇਹਨਾਂ ਸਾਰੇ ਦਾ ਸਮ ਕੀ ਹੋਏਗਾ? ਦੂਰੀ ਹੋਏਗੀ। ਔਰ ਘਰ ਅਤੇ ਸਕੂਲ ਦੇ ਵਿੱਚ ਸਭ ਤੋਂ ਸ਼ੋਰਟੈਸਟ, ਘੱਟ ਤੋਂ ਘੱਟ ਜਿਹੜਾ ਰਸਤਾ ਨਿਸ਼ਚਿਤ ਦਿਸ਼ਾ ਦੇ ਵਿੱਚ, ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਵਿਸਥਾਪਨ ਜਾਂ ਡਿਸਪਲੇਸਮੈਂਟ। ਆਓ ਅਸੀਂ ਚਾਲ ਦੇ ਬਾਰੇ ਪੜ੍ਹੀਏ। ਚਾਲ ਕੀ ਹੁੰਦੀ ਹੈ? ਦਿੱਤੇ ਸਮੇਂ 'ਚ ਜਿੰਨੀ ਦੂਰੀ ਤੈਅ ਕੀਤੀ ਜਾਵੇ ਉਹਨੂੰ ਕੀ ਕਹਿੰਦੇ ਆ? ਚਾਲ ਕਹਿੰਦੇ ਆ। ਇਹਦੀਆਂ ਇਕਾਈਆਂ ਕੀ ਹੋਣਗੀਆਂ? ਡਿਸਟੈਂਸ ਨੂੰ ਅਸੀਂ ਮੀਟਰ 'ਚ, ਟਾਈਮ ਨੂੰ ਸਕਿੰਟ 'ਚ ਮਾਪਦੇ ਹਾਂ, ਤਾਂ ਸਪੀਡ ਦੀਆਂ ਯੂਨਿਟਸ ਕੀ ਹੋਣਗੀਆਂ? ਮੀਟਰ ਪਰ ਸਕਿੰਟਸ। ਇਹ ਜੋ ਚੈਪਟਰ 'ਚ ਯੂਨਿਟਸ ਆਉਂਦੀਆਂ ਟਾਈਮ ਦੀਆਂ, ਡਿਸਟੈਂਸ ਮੀਟਰ, ਟਾਈਮ ਸਕਿੰਟ 'ਚ, ਤਾਂ ਸਪੀਡ ਕੀ ਹੋਏਗੀ? ਮੀਟਰ ਪਰ ਸਕਿੰਟ। ਫਿਰ ਅਸੀਂ ਪ੍ਰਵੇਗ ਅਤੇ ਸੰਵੇਗ ਬਾਰੇ ਵੀ ਪੜ੍ਹਾਂਗੇ। ਇੱਕ ਸਮਾਨ ਗਤੀ ਕੀ ਹੁੰਦੀ ਹੈ? ਜਦੋਂ ਕੋਈ ਵਸਤੂ ਸਮਾਨ ਸਮੇਂ ਦੇ ਵਿੱਚ ਸਮਾਨ ਦੂਰੀ ਤੈਅ ਕਰਦੀ ਹੈ ਤਾਂ ਉਸ ਨੂੰ ਅਸੀਂ ਇੱਕ ਸਮਾਨ ਗਤੀ ਕਹਿੰਦੇ ਹੈਗੇ ਆ। ਠੀਕ ਹੈ। ਅਸਮਾਨ ਗਤੀ ਜਦੋਂ ਉਹਦੀ ਸਪੀਡ ਵੱਧ ਜਾਂ ਘੱਟ ਜਾਂਦੀ ਹੈ। ਔਸਤ ਚਾਲ, ਟੋਟਲ ਡਿਸਟੈਂਸ ਅਪੋਨ ਕੁੱਲ ਸਮਾਂ, ਉਸ ਨੂੰ ਅਸੀਂ ਐਵਰੇਜ ਸਪੀਡ ਕਹਿੰਦੇ ਹਾਂ। ਐਵਰੇਜ ਸਪੀਡ ਕਿਵੇਂ ਕੈਲਕੂਲੇਟ ਕਰੋਗੇ? ਮੰਨ ਲਓ ਤੁਸੀਂ A ਤੋਂ B ਤੱਕ X ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗਏ ਅਤੇ Y ਨਾਲ ਵਾਪਸ ਆਏ, ਤਾਂ ਐਵਰੇਜ ਸਪੀਡ ਕੱਢਣ ਲਈ 2XY ਵਟਾ X ਪਲੱਸ Y, ਇਹ ਫਾਰਮੂਲਾ ਅਸੀਂ ਯੂਜ਼ ਕਰਦੇ ਹਾਂ। ਮੈਥਮੈਟੀਕਲ ਸਪੀਡ ਅਤੇ ਵੇਗ ਦੇ ਵਿੱਚ ਕੀ ਫਰਕ ਹੈ? ਚਾਲ ਅਤੇ ਵੇਗ ਦੇ ਵਿੱਚ ਜਦੋਂ ਤੈਅ ਕੀਤੀ ਗਈ ਦੂਰੀ, ਠੀਕ ਹੈ, ਤਾਂ ਉਹਨੂੰ ਕੀ ਕਵਾਂਗੇ? ਚਾਲ ਕਵਾਂਗੇ। ਇਹਦੀਆਂ ਇਕਾਈਆਂ ਮੀਟਰ ਪਰ ਸਕਿੰਟ ਹੋਣਗੀਆਂ। ਇੱਕ ਸਕੇਲਰ ਰਾਸ਼ੀ ਹੈ। ਡਿਸਪਲੇਸਮੈਂਟ ਜੋ ਹੈ ਇੱਕ ਵੈਕਟਰ ਰਾਸ਼ੀ। ਇੱਕ ਨਿਸ਼ਚਿਤ ਦਿਸ਼ਾ ਵਿੱਚ ਤੈਅ ਕੀਤੀ ਗਈ ਦੂਰੀ, ਉਸ ਨੂੰ ਕੀ ਕਹਿੰਦੇ ਹਾਂ? ਅਸੀਂ ਵਿਸਥਾਪਨ ਕਹਿੰਦੇ ਹਾਂ। ਤਾਂ ਇਹਦੇ ਵਿੱਚ ਕੁਆਂਟਿਟੀ ਵੀ ਹੋਊਗੀ ਅਤੇ ਦਿਸ਼ਾ ਵੀ ਹੋਏਗੀ, ਔਰ ਇਕਾਈਆਂ ਸੇਮ ਹੋਣਗੀਆਂ। ਤਾਂ ਵੇਗ ਅਤੇ ਚਾਲ ਦੇ ਵਿੱਚ ਅੰਤਰ ਕਰਨਾ ਹੈਗਾ। ਹੁਣ ਵਿਸਥਾਪਨ ਅਤੇ ਸਮੇਂ ਦੇ ਵਿਚਕਾਰ ਜਿਹੜਾ ਗ੍ਰਾਫ ਹੋਏਗਾ, ਸਿੱਧੀ ਰੇਖਾ ਹੋਏਗੀ। ਜਿਵੇਂ ਇਹ ਇੱਕ ਸਮਾਨ ਗਤੀ ਦਾ ਗ੍ਰਾਫ ਹੈਗਾ, ਤਾਂ ਸਿੱਧੀ ਰੇਖਾ, ਠੀਕ ਹੈ, ਬਰਾਬਰ ਦੇ ਸਮੇਂ ਵਿੱਚ ਬਰਾਬਰ ਦੂਰੀ ਤੈਅ ਕੀਤੀ ਜਾਂਦੀ ਹੈਗੀ ਆ, ਤਾਂ ਇਹ ਯੂਨੀਫਾਰਮ ਸਪੀਡ ਦਾ ਗ੍ਰਾਫ ਦਿਖਾਇਆ ਤੁਹਾਨੂੰ। ਠੀਕ ਹੈ। ਸਿੱਧੀ ਰੇਖਾ ਜਿਹੜੀ ਹੋਏਗੀ ਸਮਾਨ ਅਤੇ ਅਸਮਾਨ ਗਤੀ, ਯੂਨੀਫਾਰਮ ਅਤੇ ਨੋਨ, ਜਦੋਂ ਬਰਾਬਰ ਦੇ ਸਮੇਂ 'ਚ, ਜਿਵੇਂ ਹਰ ਘੰਟੇ 'ਚ 40 ਕਿਲੋਮੀਟਰ ਦੂਰੀ ਟਰੈਵਲ ਕਰਦਾ, ਤਾਂ ਇਸ ਨੂੰ ਸਮਾਨ ਗਤੀ ਦਾ ਗਤੀ ਕਹਿੰਦੇ ਆ। ਅਸਮਾਨ ਨੋਨ ਯੂਨੀਫਾਰਮ ਮੋਸ਼ਨ, ਜਦੋਂ ਅਨਇਕੁਅਲ, ਜਿਵੇਂ ਹਰ ਇੱਕ ਘੰਟੇ ਦੇ ਵਿੱਚ ਪਹਿਲਾਂ 60 ਕਿਲੋਮੀਟਰ ਜਾਂਦਾ, ਫਿਰ 40, 50, ਤਾਂ ਇਹ ਕੀ ਹੋਏਗੀ? ਅਸਮਾਨ ਗਤੀ ਹੋਏਗੀ। ਯੂਨੀਫਾਰਮ ਮੋਸ਼ਨ ਦਾ ਸਮਾਨ ਗਤੀ ਦਾ ਗ੍ਰਾਫ ਜਿਹੜਾ ਹੋਏਗਾ, ਇੱਕ ਸਿੱਧੀ ਰੇਖਾ ਹੋਏਗੀ, ਬਰਾਬਰ ਦੇ ਸਮੇਂ 'ਚ ਬਰਾਬਰ ਦੂਰੀ ਤੈਅ ਕੀਤੀ ਗਈ, ਇਕੁਅਲ ਇੰਟਰਵਲ 'ਚ ਇਕੁਅਲ ਦੂਰੀ ਤੈਅ ਕਰੇ। ਆਓ ਅਸੀਂ ਇਸ ਰਾਹੀਂ ਦੇਖਦੇ ਹੈਗੇ ਆ। ਇਕੁਅਲ ਸਮੇਂ ਦੇ ਵਿੱਚ ਇਕੁਅਲ ਦੂਰੀ ਤੈਅ ਕਰ ਰਹੀਆਂ ਹੈਗੀਆਂ। ਨੀਚੇ ਵਾਲੀ ਕਾਰ ਜਿਹੜੀ ਹੈਗੀ ਹੈ, ਇਕੁਅਲ ਸਮੇਂ ਦੇ ਵਿੱਚ ਇਕੁਅਲ ਦੂਰੀ ਤੈਅ ਕਰ ਰਹੀ ਹੈ, ਪਰ ਉੱਪਰ ਵਾਲੀ ਜਿਹੜੀ ਹੈ ਅਸਮਾਨ ਗਤੀ ਦਾ ਗ੍ਰਾਫ ਹੈਗਾ, ਉਹਦੀ ਸਪੀਡ ਕੀ ਹੈ? ਵੱਧ ਰਹੀ ਹੈਗੀ ਹੈ। ਦੇਖੋ ਸਮਾਂ ਵੀ ਘੱਟ ਲੱਗ ਰਿਹਾ ਹੈਗਾ।
ਤਾਂ ਬਾਰ ਬਾਰ ਦੇਖੋ, ਤੁਹਾਨੂੰ ਸਮਝ ਆ ਜਾਏਗਾ ਯੂਨੀਫਾਰਮ ਅਤੇ ਨੋਨ ਯੂਨੀਫਾਰਮ ਮੋਸ਼ਨ ਕੀ ਹੁੰਦਾ ਹੈਗਾ। ਤਾਂ ਇਹ ਅਸੀਂ ਇੱਕ ਕਾਰ ਰਾਹੀਂ ਦਿਖਾਇਆ ਸੀ, ਹੁਣ ਅਸੀਂ ਇੱਕ ਗੇਂਦ ਰਾਹੀਂ ਦਿਖਾ ਰਹੇ ਹੈਗੇ ਆ। ਤਾਂ ਬਰਾਬਰ ਦੇ ਸਮੇਂ 'ਚ ਬਰਾਬਰ ਤੈਅ ਕੀਤੀ ਗਈ ਦੂਰੀ ਉਸਨੂੰ ਸਮਾਨ ਗਤੀ ਕਹਿੰਦੇ ਆ। ਸਮਾਨ ਗਤੀ ਦਾ ਯੂਨੀਫਾਰਮ ਮੋਸ਼ਨ ਅਤੇ ਨੋਨ ਯੂਨੀਫਾਰਮ ਮੋਸ਼ਨ। ਫਿਰ ਪ੍ਰਵੇਗ ਕੀ ਹੁੰਦਾ ਹੈਗਾ। ਜਿਸ ਤਰ੍ਹਾਂ ਇਹ ਕਾਰ ਮੂਵ ਕਰ ਰਹੀ ਹੈਗੀ ਹੈ ਇੱਕ ਕੌਨਸਟੈਂਟ ਸਪੀਡ ਦੇ ਨਾਲ, ਤਾਂ ਇਹਦੀ ਗਤੀ ਕੀ ਹੋਏਗੀ, ਪ੍ਰਵੇਗਿਤ ਗਤੀ ਹੋਏਗੀ। ਜਿਹੜਾ ਇਹਦਾ ਸਥਿਰ ਪ੍ਰਵੇਗ ਹੋਏਗਾ, ਇਹਦੀ ਵੇਗ ਵੱਧ ਰਿਹਾ ਪਰ ਪ੍ਰਵੇਗ ਕੀ ਹੈ, ਸਥਿਰ ਹੈਗਾ। ਵਿਲੋਸਿਟੀ ਵਧਣ ਦੇ ਨਾਲ ਐਕਸਲਰੇਸ਼ਨ ਕੀ ਹੈ ਇਹਦਾ, ਦੁਬਾਰਾ ਦੇਖ ਲਓ, ਸਥਿਰ ਰਹਿੰਦਾ ਹੈਗਾ। ਠੀਕ ਹੈ, ਸਥਿਰ ਸਪੀਡ ਨਾਲ ਚੱਲ ਰਹੀ ਹੈ ਇੱਕ ਕੌਨਸਟੈਂਟ ਸਪੀਡ ਨਾਲ, ਤਾਂ ਇਹਦਾ ਐਕਸਲਰੇਸ਼ਨ ਵੀ ਸਥਿਰ ਹੈ। ਅਗਰ ਅਸੀਂ ਵਿਲੋਸਿਟੀ ਇਹਦੀ ਘਟਾ ਦਾਂਗੇ ਤਾਂ ਐਕਸਲਰੇਸ਼ਨ ਵੀ ਕਿਆ ਹੈ, ਮਾਈਨਸ ਹੋ ਜਾਏਗਾ। ਤਾਂ ਪ੍ਰਵੇਗ ਦੇ ਬਾਰੇ ਤੁਸੀਂ ਦੇਖ ਸਕਦੇ ਹੈਗੇ ਹੋ। ਤਾਂ ਕਿਸੇ ਵੀ ਕਾਰ ਹੈ ਤਾਂ ਉਹਦੀ ਗਤੀ ਕੀ ਹੋਏਗੀ, ਪ੍ਰਵੇਗਿਤ। ਜਦੋਂ ਇਹਦੀ ਵਿਲੋਸਿਟੀ 0 ਹੋ ਗਈ ਤਾਂ ਐਕਸਲਰੇਸ਼ਨ ਵੀ, ਪ੍ਰਵੇਗ ਵੀ 0 ਹੋ ਜਾਏਗਾ। ਤਾਂ ਇਹ ਪ੍ਰਵੇਗ ਹੁੰਦਾ ਕੀ, ਐਕਸਲਰੇਸ਼ਨ ਸਮੇਂ ਦੇ ਨਾਲ ਅੰਤਿਮ ਸਪੀਡ ਮਾਈਨਸ ਆਰੰਭਿਕ ਸਪੀਡ, ਸਪੀਡ 'ਚ ਜੋ ਅੰਤਰ ਆਇਆ ਉਸਨੂੰ ਅਸੀਂ ਕੀ ਕਹਿੰਦੇ ਹਾਂ, ਪ੍ਰਵੇਗ ਕਹਿੰਦੇ ਹਾਂ। ਸਪੀਡ ਦੀ ਇਕਾਈ ਕੀ ਹੋਏਗੀ, ਮੀਟਰ ਪਰ ਸਕਿੰਟ, ਫਿਰ ਡਿਵਾਈਡ ਬਾਈ ਸਕਿੰਟ, ਤਾਂ ਮੀਟਰ ਪਰ ਸਕਿੰਟ ਸਕੁਏਅਰ ਇਹਦੀਆਂ ਕੀ ਹੈ, ਇਕਾਈਆਂ। ਤਾਂ ਇਹ ਪ੍ਰਵੇਗ ਵਿਲੋਸਿਟੀ ਅਤੇ ਐਕਸਲਰੇਸ਼ਨ 'ਚ ਵਿਲੋਸਿਟੀ ਸਮੇਂ ਦੇ ਨਾਲ ਡਿਸਪਲੇਸਮੈਂਟ, ਵਿਸਥਾਪਨ ਦੀ ਚੇਂਜ, ਔਰ ਪ੍ਰਵੇਗ ਕੀ ਹੁੰਦਾ, ਸਮੇਂ ਦੇ ਨਾਲ ਵੇਗ ਦੀ ਚੇਂਜ। ਠੀਕ ਹੈ, ਵੈਲੋਸਿਟੀ ਦੀ ਚੇਂਜ। ਤਾਂ ਨੈਚੁਰਲੀ ਫਾਰਮੂਲਾ ਇੱਥੇ ਡਿਸਟੈਂਸ ਹੈ, ਇੱਧਰ ਕੀ ਉੱਪਰ ਵੈਲੋਸਿਟੀ, ਤਾਂ ਯੂਨਿਟਸ ਵੀ ਅਲੱਗ ਹੋਣਗੀਆਂ। ਇਸ ਚੈਪਟਰ 'ਚ ਤੁਸੀਂ ਇਹਨਾਂ ਸਾਰਿਆਂ ਦੀਆਂ ਯੂਨਿਟਸ ਹੋਮਵਰਕ ਹੈ ਤੁਹਾਨੂੰ ਕਰਨਾ ਹੈਗਾ। ਤਾਂ ਪ੍ਰਵੇਗ ਕੀ ਹੁੰਦਾ, ਇੱਕ ਕਾਰ ਹੈ ਇੱਕ ਸਪੀਡ ਦੇ ਨਾਲ, ਠੀਕ ਹੈ, ਉਹਦੀ ਸਪੀਡ ਵੱਧ ਰਹੀ ਹੈ ਤਾਂ ਉਹਦਾ ਐਕਸਲਰੇਸ਼ਨ ਪ੍ਰਵੇਗ ਵੀ ਪ੍ਰਵੇਗਿਤ ਗਤੀ ਹੈਗੀ ਹੈ। ਜਦੋਂ ਉਹ ਕਾਰ ਸਲੋ ਡਾਊਨ ਹੋ ਜਾਂਦੀ ਹੈ ਤਾਂ ਉਹ ਕੀ ਹੋ ਜਾਏਗਾ, ਉਹਦਾ ਡੀਐਕਸਲਰੇਸ਼ਨ, ਪ੍ਰਵੇਗ ਕੀ ਹੈ, ਘਟ ਜਾਏਗਾ। ਵਿਲੋਸਿਟੀ ਸਪੀਡ ਦੇ ਟਾਈਮ ਦੇ ਵਿੱਚ ਗ੍ਰਾਫ ਜਿਹੜਾ ਸਲੋਪ ਹੈ ਉਹ ਐਕਸਲਰੇਸ਼ਨ ਦੀ ਵੈਲਿਊ ਦਿੰਦਾ। ਅਗਰ ਯੂਨੀਫਾਰਮ ਮੋਸ਼ਨ ਹੈ ਤਾਂ ਤੁਹਾਡਾ ਪ੍ਰਵੇਗ ਵੀ ਕੀ ਹੋਏਗਾ, ਯੂਨੀਫਾਰਮ ਹੋਏਗਾ। ਸਲੋਪ ਸਮੇਂ ਦੇ ਨਾਲ ਅਸੀਂ ਕਦੇ ਸਪੀਡ ਵਧਾਉਂਦੇ ਹਾਂ ਘਟਾਉਂਦੇ ਹਾਂ ਤਾਂ ਇਹ ਨੋਨ ਯੂਨੀਫਾਰਮ। ਫਸਟ ਹਾਫ ਜਿਹੜਾ ਹੈਗਾ ਤਾਂ ਪ੍ਰਵੇਗ ਵੱਧ ਰਿਹਾ, ਫਿਰ ਘਟ ਰਿਹਾ, ਫਿਰ ਵੱਧ ਰਿਹਾ ਹੈਗਾ। ਤਾਂ ਵਿਲੋਸਿਟੀ ਟਾਈਮ ਗ੍ਰਾਫ ਯੂਨੀਫਾਰਮ ਅਤੇ ਨੋਨ ਯੂਨੀਫਾਰਮ, ਇਹਦੀ ਸਲੋਪ ਕਾਹਦੇ ਬਾਰੇ ਦੱਸੇਗੀ, ਪ੍ਰਵੇਗ ਦੀ। ਇਸੇ ਤਰ੍ਹਾਂ ਫਰੀਲੀ ਫਾਲਿੰਗ ਚੀਜ਼ ਦੀ ਗਤੀ ਵੀ ਪ੍ਰਵੇਗਿਤ ਗਤੀ ਹੁੰਦੀ ਹੈ। ਪ੍ਰਵੇਗ ਜਿਹੜਾ ਐਕਸਲਰੇਸ਼ਨ ਪੋਜ਼ੀਟਿਵ ਹੋਏਗਾ ਜਦੋਂ ਤੁਹਾਡੀ ਸਪੀਡ ਵਧੇਗੀ, 0 ਹੋਏਗਾ ਜਦੋਂ ਇਕੁਅਲ ਹੋ ਜਾਂਦੀ ਹੈ ਆਰੰਭਿਕ ਅਤੇ ਅੰਤਿਮ ਸਪੀਡ, ਔਰ ਅਗਰ ਆਰੰਭਿਕ ਸਪੀਡ ਵੱਧ ਹੋਵੇ ਤਾਂ ਇਹ ਕੀ ਹੈ, ਨੈਗੇਟਿਵ ਵੀ ਹੋ ਸਕਦਾ ਹੈਗਾ। ਪ੍ਰਵੇਗ ਪੋਜ਼ੀਟਿਵ, 0 ਅਤੇ ਨੈਗੇਟਿਵ ਤਿੰਨੋਂ ਹੋ ਸਕਦੇ। ਗ੍ਰਾਫ ਤੋਂ ਤੁਹਾਨੂੰ ਪਤਾ ਚੱਲ ਰਿਹਾ ਹੈਗਾ। ਉਸ ਤੋਂ ਬਾਅਦ ਯੂਨੀਫਾਰਮ ਮੋਸ਼ਨ ਦਾ ਅਗਰ ਗ੍ਰਾਫ ਸਟੇਟ ਲਾਈਨ ਹੈਗਾ, ਇਹਦਾ ਮਤਲਬ ਸਮੇਂ ਦੇ ਨਾਲ ਉਹਦੀ ਸਪੀਡ ਕੀ ਹੈ, ਸਥਿਰ ਹੈਗੀ ਹੈ। ਇਹ ਸਾਡਾ ਡਿਸਟੈਂਸ ਅਤੇ ਟਾਈਮ ਗ੍ਰਾਫ ਹੈਗੀ ਹੈ। ਜਿਹੜੀ ਇਹ ਕਾਰ ਹੈ ਉਹ ਜ਼ਿਆਦਾ, ਜਿੱਡੀ ਸਲੋਪ ਵਾਈ ਐਕਸਿਸ ਕੰਨੀ ਜ਼ਿਆਦਾ ਹੋਏਗੀ ਤਾਂ ਤੁਸੀਂ ਇਹ ਤੋਂ ਕੈਲਕੂਲੇਟ ਵੀ ਕਰ ਸਕਦੇ ਹੋ, ਕਾਰ ਜਿਹੜੀ ਹੈਗੀ ਹੈ ਜ਼ਿਆਦਾ ਤੇਜ਼ ਚੱਲੇਗੀ। ਠੀਕ, ਇਸ ਤੋਂ ਬਾਅਦ ਅਸੀਂ ਇੱਕ ਸਵਾਲ ਕਰਾਉਂਦੇ ਹਾਂ ਤੁਹਾਨੂੰ। ਆਰੰਭਿਕ ਸਪੀਡ 80 ਕਿਲੋਮੀਟਰ ਪਰ ਸਕਿੰਟ ਹੈ, ਇਹਨੂੰ ਮੀਟਰ ਪਰ ਸਕਿੰਟ 'ਚ ਚੇਂਜ ਕਰ ਲਿਆ। ਫਾਈਨਲ 60 ਹੈ ਤਾਂ ਅਸੀਂ ਇਹ ਕੱਢ ਸਕਦੇ ਹਾਂ। ਫਾਰਮੂਲਾ ਕੀ ਸੀ, ਅੰਤਿਮ ਸਪੀਡ ਮਾਈਨਸ ਆਰੰਭਿਕ ਸਪੀਡ ਵਟਾ ਟਾਈਮ। ਠੀਕ ਹੈ, ਭਰ ਕੇ ਅਸੀਂ ਕਰਾਂਗੇ ਤਾਂ ਇਹ ਪ੍ਰਵੇਗ ਆ ਜਾਏਗਾ। ਸਿੰਪਲ ਫਾਰਮੂਲੇ 'ਚ ਭਰਨਾ, ਕਿਲੋਮੀਟਰ ਪਰ ਆਰ ਨੂੰ ਤੁਸੀਂ ਕਿਸ 'ਚ ਚੇਂਜ ਕਰਨਾ, ਮੀਟਰ ਪਰ ਸਕਿੰਟ 'ਚ। ਈਜ਼ੀ ਮੈਥਡ ਹੈਗਾ ਕਨਵਰਸ਼ਨ ਦਾ। 1 ਕਿਲੋਮੀਟਰ 'ਚ 1000 ਮੀਟਰ, 1 ਘੰਟੇ 'ਚ 3600 ਸਕਿੰਟ, ਤਾਂ ਇਹਨੂੰ ਕੱਟ ਕੇ 5/18 ਆ ਗਿਆ। ਹਰ ਵਾਰੀ ਤੁਸੀਂ 1000 ਅਤੇ 3600 ਨਾਲ ਗੁਣਾ ਨਹੀਂ ਕਰੋਗੇ, 5/18 ਨਾਲ ਗੁਣਾ ਕਰਕੇ, ਜਿਵੇਂ 72 ਕਿਲੋਮੀਟਰ ਪ੍ਰਤੀ ਘੰਟਾ ਹੈ ਉਹਨੂੰ 5/18 ਨਾਲ ਗੁਣਾ ਕੀਤੀ ਤਾਂ 20 ਮੀਟਰ ਪਰ ਸਕਿੰਟ ਆ ਗਿਆ। ਵੱਡੀ ਕੁਆਂਟਿਟੀ ਨਾਲ ਗੁਣਾ ਕਰਨ ਦੀ ਬਜਾਏ ਇਹ ਤੋਂ ਹੀ ਬਣਿਆ 5/18
1800/36 ਨੂੰ ਕੱਟਣ 'ਤੇ। ਤਾਂ ਅਸੀਂ ਇਹ ਪ੍ਰਵੇਗ ਦਾ ਇਹ ਡੀਐਕਸਲਰੇਸ਼ਨ ਦਾ ਗ੍ਰਾਫ ਹੈ। ਸਮੇਂ ਦੇ ਨਾਲ ਕੀ ਹੈ, ਸਪੀਡ ਘੱਟ ਰਹੀ ਹੈਗੀ ਹੈ, ਤਾਂ ਇਹ ਕੀ ਹੈ, ਨੈਗੇਟਿਵ ਸਲੋਪ ਹੋਏਗੀ। ਠੀਕ। ਦੈਨ ਨਿਊਟਨ ਫਸਟ ਲਾ ਆਫ ਮੋਸ਼ਨ। ਕੋਈ ਵੀ ਚੀਜ਼ ਜਿੰਨੀ ਦੇਰ ਤੱਕ ਵਿਰਾਮ ਅਵਸਥਾ 'ਚ ਹੈ, ਰੈਸਟ 'ਤੇ ਉਹ ਰੈਸਟ 'ਤੇ ਹੀ ਰਹੇਗੀ। ਅਗਰ ਕੋਈ ਚੀਜ਼ ਮੋਸ਼ਨ 'ਚ ਹੈ ਤਾਂ ਉਹ ਮੋਸ਼ਨ 'ਚ ਹੀ ਰਹੇਗੀ, ਜਦੋਂ ਤੱਕ ਅਸੀਂ ਉਹਦੇ ਉੱਤੇ ਬਾਰੀ ਬਲ ਨਹੀਂ ਲਗਾ ਦਿੰਦੇ। ਤਾਂ ਇਸ ਨੂੰ ਦਰਸਾਉਣ ਲਈ ਅਸੀਂ ਇੱਕ ਕਿਰਿਆ ਸ਼ੋ ਕਰ ਰਹੇ ਹਾਂ। ਗਲਾਸ ਦੇ ਉੱਪਰ ਇੱਕ ਕਾਰਡ ਪਿਆ ਅਤੇ ਉਹਦੇ ਉੱਤੇ ਇੱਕ ਸਿੱਕਾ ਰੱਖਿਆ ਹੋਇਆ। ਜਦੋਂ ਅਸੀਂ ਕਾਰਡ ਨੂੰ ਫਲਿੱਪ ਕਰਦੇ ਹੈਗੇ ਆ ਤਾਂ ਕਾਰਡ ਕੀ ਆ ਜਾਂਦਾ, ਮੋਸ਼ਨ 'ਚ, ਪਰ ਸਿੱਕਾ ਕੀ ਹੈ, ਹਜੇ ਵੀ ਵਿਰਾਮ ਅਵਸਥਾ 'ਚ ਹੈ। ਤਾਂ ਸਿੱਕਾ ਕੀ ਹੈ, ਗਲਾਸ 'ਚ ਗਿਰ ਜਾਏਗਾ। ਤਾਂ ਇਹ ਕੀ ਸੀਗਾ, ਵਿਰਾਮ ਜੜਤਾ ਦਾ ਨਿਯਮ। ਨਿਊਟਨ ਦਾ ਫਸਟ ਲਾ ਕੀ ਹੈ, ਜੜਤਾ ਦਾ ਨਿਯਮ ਹੈਗਾ। ਕੋਈ ਵੀ ਵਸਤੂ ਉਨੀ ਦੇਰ ਮੂਵ ਨਹੀਂ ਕਰੇਗੀ, ਰੈਸਟ 'ਚ ਹੀ ਰਹੇਗੀ ਵਿਰਾਮ ਅਵਸਥਾ 'ਚ, ਔਰ ਜਾਂ ਮੋਸ਼ਨ 'ਚ, ਗਤੀ 'ਚ ਰਹੇਗੀ, ਜਦੋਂ ਤੱਕ ਉਹਦੇ ਉੱਤੇ ਭਾਰੀ ਬਲ ਨਹੀਂ ਲਗਾਇਆ ਜਾਂਦਾ। ਜੜਤਾ ਮੀਨਸ ਅਯੋਗਤਾ। ਤਾਂ ਅਸੀਂ ਸੀਟ ਬੈਲਟ ਕਿਉਂ ਲਗਾਉਂਦੇ ਹੈਗੇ ਹਾਂ? ਠੀਕ ਹੈ, ਕਾਰਾਂ 'ਚ ਸਾਡਾ ਕਾਰ ਚੱਲ ਰਹੀ ਹੈ ਤਾਂ ਸੀਟ ਸਾਡਾ ਜਿਹੜਾ ਲੋਅਰ ਬੋਡੀ ਪਾਰਟ ਹੈ ਉਹ ਵੀ ਚੱਲ ਰਿਹਾ, ਅੱਪਰ ਪਾਰਟ ਕੀ ਹੈ, ਰੈਸਟ 'ਤੇ ਹੈ ਵਿਰਾਮ ਅਵਸਥਾ 'ਚ। ਤਾਂ ਇੱਕਦਮ ਜਦੋਂ ਬ੍ਰੇਕ ਲਗਾਈ, ਠੀਕ ਹੈ, ਕਾਰ ਦੇ ਨਾਲ ਸਾਡਾ ਲੋਅਰ ਬੋਡੀ ਪਾਰਟ ਮਤਲਬ ਲੈਗਸ ਕੀ ਹੈ, ਵਿਰਾਮ ਅਵਸਥਾ 'ਚ ਆ ਗਈਆਂ, ਪਰ ਬੋਡੀ ਕੀ ਹੈ, ਉੱਪਰਲਾ ਪਾਰਟ ਕੀ ਹੈ, ਮੋਸ਼ਨ 'ਚ ਹੈ ਹਜੇ ਵੀ ਸਟਿਲ। ਤਾਂ ਅੱਗੇ ਕੰਨੀ ਗਿਰਦੇ ਹਾਂ ਤਾਂ ਸਾਡੀ ਸੇਫਟੀ ਲਈ ਅਸੀਂ, ਠੀਕ ਹੈ, ਸੀਟ ਬੈਲਟ ਲਗਾਉਂਦੇ ਹੈਗੇ ਆ। ਤਾਂ ਜੜਤਾ ਦਾ ਨਿਯਮ ਕੀ ਕਹਿੰਦਾ ਹੈਗਾ, ਜਿੰਨਾ ਜ਼ਿਆਦਾ ਪੁੰਜ ਹੋਏਗਾ ਓਨੇ ਤੁਹਾਨੂੰ ਕੀ ਹੈ, ਬਾਰੀ ਬਲ ਜ਼ਿਆਦਾ ਲਗਾਉਣਾ ਪਏਗਾ, ਇਨਰਸ਼ੀਆ ਕੀ ਹੋਏਗਾ, ਜ਼ਿਆਦਾ ਹੋਏਗਾ। ਤਾਂ ਇਸ ਨੂੰ ਦਰਸਾਉਣ ਲਈ ਸੈਕਿੰਡ ਨਿਯਮ ਹੈਗਾ, ਮਾਸ ਜਿੰਨੀ ਫੋਰਸ ਜਿਹੜੀ ਹੈਗੀ ਆ ਉਹ ਪੁੰਜ ਅਤੇ ਪ੍ਰਵੇਗ ਦੀ ਪ੍ਰੋਡਕਟ ਹੁੰਦੀ ਹੈ। ਜਿੱਧਰ ਫੋਰਸ ਲਗਾਓਗੇ ਉੱਧਰ ਹੀ ਐਕਸਲਰੇਸ਼ਨ ਦੀ ਦਿਸ਼ਾ ਹੋਏਗੀ। ਤਾਂ ਇਹ ਕੀ ਹੈ, ਨਿਊਟਨ ਦਾ ਸੈਕਿੰਡ ਨਿਯਮ। ਨਿਊਟਨ ਦਾ ਲਾ ਆਫ ਸੈਕਿੰਡ, ਜਿੰਨੀ ਵੱਡੀ ਵਸਤੂ ਹੋਏਗੀ ਤੁਹਾਨੂੰ ਓਨਾ ਵੱਧ ਫੋਰਸ ਲਗਾਉਣੀ ਪਏਗੀ। ਠੀਕ ਹੈ, ਇੱਕ ਗੇਂਦ ਅਤੇ ਕਾਰ ਦਾ ਕੰਪੈਰੀਜ਼ਨ ਦਿਖਾਇਆ ਹੈਗਾ। ਜਿੰਨੀ ਫੋਰਸ ਜ਼ਿਆਦਾ ਲਗਾਓਗੇ ਓਨਾ ਪ੍ਰਵੇਗਿਤ ਗਤੀ ਜ਼ਿਆਦਾ ਹੋਏਗੀ। ਤਾਂ ਜਿੰਨਾ ਬਾਕਸ ਜ਼ਿਆਦਾ ਹੋਏਗਾ, ਪੁੰਜ ਜ਼ਿਆਦਾ ਹੋਏਗਾ, ਓਨਾ ਹੀ ਤੁਹਾਨੂੰ ਕੀ ਹੈ, ਬਾਰੀ ਬਲ ਲਗਾਉਣਾ ਪਏਗਾ। ਜਿਵੇਂ ਦਾ ਪੁੰਜ ਕੀ ਹੈ ਜ਼ਿਆਦਾ, ਤਾਂ ਮਾਸ ਜ਼ਿਆਦਾ, ਤਾਂ ਫੋਰਸ ਵੀ ਜ਼ਿਆਦਾ ਹੋਏਗੀ। ਸੈਕਿੰਡ ਲਾ ਦੀ ਐਪਲੀਕੇਸ਼ਨ, ਜਿੰਨੀ ਫੋਰਸ ਜ਼ਿਆਦਾ ਲਗਾਓਗੇ ਓਨਾ, ਲਾਈਕ ਤੁਸੀਂ ਕੋਈ ਵੀ ਗੇਮ ਖੇਲ ਸਕਦੇ ਹੈਗੇ ਹੋ। ਠੀਕ ਹੈ, ਸਵੀਮਿੰਗ ਕਰਨੀ ਹੈ ਤਾਂ ਜਿੰਨੀ ਫੋਰਸ ਜ਼ਿਆਦਾ ਲਾਓਗੇ ਉਨੀ ਵੱਧ ਸਵੀਮਿੰਗ ਐਕਸਲਰੇਸ਼ਨ, ਪ੍ਰਵੇਗਿਤ ਗਤੀ ਉਨੀ ਜ਼ਿਆਦਾ ਤੇਜ਼ ਹੋਏਗੀ। ਹੋਰ ਪ੍ਰੈਕਟੀਕਲ ਐਪਲੀਕੇਸ਼ਨਸ ਕੀ ਹੈ, ਜਿੰਨਾ ਪੁੰਜ ਜ਼ਿਆਦਾ ਹੋਏਗਾ ਓਨਾ ਕੀ ਹੈ, ਫੋਰਸ ਵੱਧ ਲਗਾਉਣੀ ਪਏਗੀ। ਜਿਵੇਂ ਬੋਏ ਨੂੰ ਜ਼ਿਆਦਾ ਫੋਰਸ ਲਗਾਉਣੀ ਪੈਂਦੀ ਹੈ। ਫਿਰ ਇਹ ਲੜਕੀ ਹੈਗੀ ਹੈ ਸਵੀਮਿੰਗ ਕਰ ਰਹੀ ਹੈ, ਜਿੰਨੀ ਇਹ ਕੰਧ 'ਤੇ ਜਿੰਨੀ ਪੈਰ ਦੇ ਨਾਲ ਫੋਰਸ ਲਾਏਗੀ ਉਨੀ ਅੱਗੇ ਜਾਏਗੀ, ਓਨਾ ਜ਼ਿਆਦਾ ਇਹਦਾ ਪ੍ਰਵੇਗ ਹੋਏਗਾ। ਫੋਰਸ ਕੰਧ ਕੰਨੀ ਲੱਗ ਰਹੀ ਹੈ ਅਤੇ ਇਹਦੀ ਪ੍ਰਵੇਗਿਤ ਗਤੀ ਕੀ ਹੈ, ਅੱਗੇ ਕੰਨੀ ਹੋ ਰਹੀ ਹੈ। ਤਾਂ ਇਹ ਕੀ ਦਰਸਾਉਂਦਾ, ਨਿਊਟਨ ਦੀ ਗਤੀ ਦਾ ਤੀਜਾ ਨਿਯਮ। ਹਰ ਕਿਰਿਆ ਦੇ ਉਲਟ ਕੀ ਹੁੰਦੀ ਹੈ, ਪ੍ਰਤੀਕਿਰਿਆ ਹੁੰਦੀ ਹੈਗੀ ਹੈ। ਜਿਵੇਂ ਆਹ ਰੋਕੇਟ 'ਚੋਂ ਜਿੰਨੀ ਤੇਜ਼ੀ ਨਾਲ ਬੈਕਵਰਡ ਦਿਸ਼ਾ 'ਚ ਗੈਸਾਂ ਨਿਕਲਣਗੀਆਂ ਓਨੀ ਹੀ ਸਪੀਡ ਦੇ ਨਾਲ ਰੋਕੇਟ ਕੀ ਆ, ਅਪ ਜਾਏਗਾ। ਸੇਮ ਬੁਲਟ 'ਤੇ ਐਗਜ਼ਾਮਪਲ, ਜਿੰਨੀ ਸਪੀਡ ਦੇ ਨਾਲ, ਠੀਕ ਹੈ, ਬੁਲਟ ਅੱਗੇ ਜਾਂਦਾ ਓਨੀ ਸਪੀਡ ਦੇ ਨਾਲ ਕੀ ਹੈ, ਸਾਡੀ ਪਿਸਟਲ ਗਨ ਕੀ ਹੈ, ਪਿੱਛੇ ਕੰਨੀ ਮੂਵ ਹੁੰਦੀ ਹੈ। ਤਾਂ ਇਸ ਕਿਰਿਆ ਤੋਂ, ਇਹਨਾਂ ਸਾਰੀਆਂ ਕਿਰਿਆਵਾਂ ਤੋਂ ਸਿੱਧ ਹੁੰਦਾ ਹੈ ਕਿ ਹਰ ਕਿਰਿਆ ਦੇ ਉਲਟ ਪ੍ਰਤੀਕਿਰਿਆ ਹੁੰਦੀ ਆ। ਅਸੀਂ ਇੱਕ ਧਾਗੇ ਦੇ ਨਾਲ ਜਦੋਂ ਬੈਲੂਨ 'ਚੋਂ ਗੈਸਾਂ ਨਿਕਲਦੀਆਂ ਤਾਂ ਇੱਧਰ ਐਕਸ਼ਨ ਐਂਡ ਰਿਐਕਸ਼ਨ ਆਰ ਇਕੁਅਲ ਐਂਡ ਓਪੋਜ਼ਿਟ। ਤੁਸੀਂ ਇੱਕ ਕਿਸ਼ਤੀ ਤੋਂ ਛਲਾਂਗ ਮਾਰਨੀ ਹੈ, ਜਿੰਨੀ ਕਿਸ਼ਤੀ ਨੂੰ ਤੁਸੀਂ ਦੂਰ ਤੱਕ ਧੱਕੋਗੇ ਓਨਾ ਤੁਸੀਂ ਅੱਗੇ ਤੱਕ ਛਲਾਂਗ ਲਗਾ ਸਕਦੇ ਹੈਗੇ ਹੋ। ਸੇਮ ਰੋਕੇਟ ਹੈਗੇ, ਰੋਕਟ ਦੇ ਵਿੱਚੋਂ ਗੈਸਾਂ ਨਿਕਲਦੀਆਂ, ਤਾਂ ਜਿੰਨੀਆਂ ਮਤਲਬ ਸਪੀਡ ਦੇ ਨਾਲ ਗੈਸਾਂ ਨਿਕਲਣਗੀਆਂ, ਪੁਸ਼ ਹੋਏਗਾ ਓਨਾ ਹੀ ਮਤਲਬ ਰੋਕਟ ਕੀ ਹੈ ਉੱਪਰ ਜਾਏਗਾ। ਇਹ ਸਾਰੀਆਂ
ਐਗਜ਼ਾਮਪਲਸ, ਠੀਕ ਹੈ। ਜਾਂ ਸਕੇਟਿੰਗ ਬੋਰਡ 'ਤੇ ਜਿੰਨਾ ਅਸੀਂ ਦੀਵਾਰ ਨੂੰ ਧੱਕਾ ਲਾਵਾਂਗੇ ਓਨੀ ਸਪੀਡ ਦੇ ਨਾਲ ਅਸੀਂ ਸਕੇਟਿੰਗ ਕਰ ਸਕਦੇ ਹੈਗੇ ਆ। ਤਾਂ ਉਸ ਤੋਂ ਬਾਅਦ ਆਉਂਦਾ ਸੰਵੇਗ, ਮੋਮੈਂਟਮ। ਮੋਮੈਂਟਮ ਕੀ ਹੈ? ਪੁੰਜ ਤੇ ਵੇਗ ਦੀ ਗੁਣਾ ਹੁੰਦੀ ਹੈ, ਠੀਕ ਹੈ। ਜਿੰਨਾ ਕਿਸੇ ਚੀਜ਼ ਦਾ ਪੁੰਜ ਜ਼ਿਆਦਾ ਹੋਏਗਾ ਉਹਦਾ ਮੋਮੈਂਟਮ ਵੀ ਜ਼ਿਆਦਾ ਹੋਏਗਾ। ਜੇ ਕੋਈ ਵਸਤੂ ਹੈਵੀ ਹੈਗੀ ਹੈ, ਠੀਕ ਹੈ, ਟੂ ਬੋਡੀਜ਼ ਹੈ, ਜੇ ਉਹਦਾ ਪੁੰਜ ਘੱਟ ਹੈ ਤਾਂ ਉਹਦਾ ਮੋਮੈਂਟਮ ਵੀ ਘੱਟ ਹੈ, ਠੀਕ ਹੈ, ਸੰਵੇਗ ਵੀ ਘੱਟ ਹੈ। ਜਿਵੇਂ ਕਾਰ ਹੈ, ਕਾਰ ਦਾ ਸੰਵੇਗ ਕੀ ਹੋਏਗਾ? ਜ਼ਿਆਦਾ ਹੋਏਗਾ। ਇਹਨਾਂ ਸਾਰਿਆਂ ਦੀਆਂ ਯੂਨਿਟਸ ਤੁਸੀਂ ਕਰਨੀਆਂ ਹੈਗੀਆਂ। ਫਿਰ ਸਰਕੂਲਰ ਮੋਸ਼ਨ ਕਿਆ ਹੁੰਦਾ? ਜਦੋਂ ਕੋਈ ਵਸਤੂ ਕਿਸੇ ਸਰਕਲ 'ਚ ਘੁੰਮਦੀ ਹੈਗੀ ਆ ਤਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ? ਸਰਕੂਲਰ ਮੋਸ਼ਨ। ਇਹਦੇ ਵਿੱਚ 2πr, ਠੀਕ ਹੈ, ਘੇਰਾ ਹੋ ਜਾਏਗਾ, ਸਿਰਕਮਫਰੈਂਸ ਬਟਾ ਟਾਈਮ। ਤਾਂ ਇਹਦੇ ਵਿੱਚ ਸਪੀਡ ਤੁਸੀਂ ਫਾਈਂਡ ਆਊਟ ਕਰਨੀ ਹੈਗੀ ਹੈ 2πr/t ਸਮੇਂ ਦੇ ਨਾਲ। ਤਾਂ ਇਹ ਸਾਰੀਆਂ ਸਰਕੂਲਰ ਮੋਸ਼ਨ ਦੀਆਂ ਐਗਜ਼ਾਮਪਲ ਹੈ। ਸੈਂਟਰੀਪੀਟਲ ਫੋਰਸ ਕੀ ਹੁੰਦੀ ਹੈ? ਜਿਹੜੀ ਸੈਂਟਰ ਕੰਨੀ ਲੱਗੇ। ਤਾਂ ਸਰਕੂਲਰ ਮੋਸ਼ਨ ਵੇਗ ਕੱਢਣ ਲਈ v = 2πr ਸਿਰਕਮਫਰੈਂਸ ਅਪੋਨ ਟਾਈਮ, ਠੀਕ ਹੈ, ਟਾਈਮ ਪੀਰੀਅਡ। ਤਾਂ ਯੂਨੀਫਾਰਮ ਮੋਸ਼ਨ ਹੋਏਗਾ ਇਹਦੇ ਵਿੱਚ। ਅਤੇ ਇਹ ਸਾਰੀਆਂ ਸਰਕੂਲਰ ਮੋਸ਼ਨ ਦੀਆਂ ਐਗਜ਼ਾਮਪਲਸ ਹੈ। ਹੋਪ ਸੋ, ਠੀਕ ਹੈ, ਤੁਹਾਨੂੰ ਸਮਝ ਆ ਗਿਆ ਹੋਣਾ। ਤਾਂ ਇਹ ਸਪੀਡ, ਡਿਸਟੈਂਸ ਅਤੇ ਟਾਈਮ 'ਚ ABC 3 ਕਾਰਾਂ ਹੈਗੀਆਂ। ਕਿਹਦੀ ਸਪੀਡ ਜ਼ਿਆਦਾ ਹੋਏਗੀ? ਕਾਰ ਇਹਦੀ, ਕਿਉਂਕਿ ਇਹਦੀ ਸਲੋਪ ਕੀ ਹੈ? ਜ਼ਿਆਦਾ। ਫਸਟ ਲਾ ਆਫ ਮੋਸ਼ਨ ਕੀ ਕਹਿੰਦਾ? ਕੋਈ ਚੀਜ਼ ਉਨੀ ਦੇਰ ਤੱਕ ਰੈਸਟ 'ਚ ਰਹੇਗੀ ਜਦੋਂ ਤੱਕ ਅਸੀਂ ਇਹਦੇ ਉੱਤੇ ਬਾਰੀ ਬਲ ਨਹੀਂ ਲਗਾਉਂਦੇ। ਕੋਈ ਚੀਜ਼ ਉਨੀ ਦੇਰ ਤੱਕ ਮੂਵ ਕਰੇਗੀ, ਮੋਸ਼ਨ 'ਚ ਰਹੇਗੀ ਜਦੋਂ ਤੱਕ ਅਸੀਂ ਇਹਦੇ ਉੱਤੇ ਬਾਰੀ ਬਲ ਨਹੀਂ ਲਗਾਉਂਦੇ। ਥੈਂਕ ਯੂ। ਜ਼ਿਆਦਾ ਨੂਮੈਰੀਕਲਸ ਵਗੈਰਾ ਵੀ ਹੈਗੇ ਆ, ਫਾਰਮੂਲੇਜ਼ ਵੀ ਆ, ਤਾਂ ਟਰਾਈ ਆ ਦੇਖੋ। ਬੋਟ 'ਤੇ ਜਿੰਨਾ ਬਾਰੀ ਬਲ ਲਗਾ ਰਿਹਾ, ਠੀਕ ਹੈ, ਪਿੱਛੇ ਕੰਨੀ ਬੈਕਵਰਡ, ਓਨਾ ਹੀ ਬੋਟ ਉਹਨੂੰ ਅੱਗੇ ਕੰਨੀ ਧੱਕ ਰਹੀ ਆ। ਤਾਂ ਇੱਦਾਂ ਤੁਸੀਂ ਕਰ ਸਕਦੇ ਹੋ। ਥੈਂਕ ਯੂ ਫॉर ਵਾਚਿੰਗ ਦੀ